गुरु रूप गुरु प्यारी साध संगत जीओ। गुरु फतेह प्रवान करो। वाहिगुरु जी का खालसा वाहिगुरु जी की फतेह। गुरु नानक साहिब दे घर विच जो रोज आरती आती है ते उसनूं असी कहंदे हां संध्या वेले दी आरती। पर आप जी नूं मैं अर्ज करां कि सनातन धर्म दे विच 3 समां दी आरती आती है और वो उसनूं कहंदे ने 3 संध्या, सवेर दी, दोपहर दी ते शाम दी। 3 संध्या ते धन गुरु ग्रंथ साहिब दे विच कुछ 94 शब्द जिन्हां विच आरती दा जिक्र होया ते उन्हां दा सुमेल करके वो आरती रोज गाई जाती है और रोज पढ़ी जाती है कि आरती किस तरह की होवे। जो अज दा शब्द है भगत कबीर साहब का और राग है प्रभाती। एक छोटी जी अर्ज मैं आप जी नूं करां, गल समझ आवे। गुरु ग्रंथ साहब दे विच जो प्रथम राग है वो है श्री राग और जो अखीरला राग जो धन गुरु अर्जन देव साहब ने पोथी तैयार की सी उहदे विच अखीरला राग है प्रभाती। फिर धन गुरु गोबिंद सिंह महाराज ने अखीरला राग जेजावंती जो गुरु तेग बहादुर दे बोल हन वो दर्ज किए। तो प्रथम राग श्री राग और अखीरला 30वां राग प्रभाती। तो श्री कहते हैं माया और श्रीपत कहते हैं माया दा पति। क्योंकि आप जी कई दफा बाणी पढ़ते हो, श्रीपत श्री भगवान भजे बिन अंत को अंत के दाम सिधारे। तो श्री कहते हैं माया। तो माया नाम है अंधकार दा, अज्ञानता दा, बेसमझी दा। तो दुनिया अज्ञानता विच बैठी सी, बेसमझी विच बैठी सी। सतगुरु जी ने प्रथम राग रख दिता श्री राग। खलकत अज्ञानता विच बैठी है, इन्हों ज्ञान चाहिए है, प्रकाश चाहिए। अखीरला राग प्रभाती इस करके दिता है कि बाणी पढ़दियां, सिमरन करदियां, साधना करदियां मनुख के जीवन विच प्रभात हो जाए, सवेरा हो जाए, ज्ञान हो जाए, समझ आ जाए। तो कबीर साहब का यह शब्द प्रभाती राग। आप जी कहते हैं सुन संधिया तेरी देव देवा कर अदपत आद समाई। जो असी गा के पढ़ते हैं सुन संधिया तेरी देव देवा कर अदपत आद समाई। की कह रहे हैं कबीर साहब जी? है प्रभु तेरी जिहड़ी संध्या है सवेर दी, दोपहर दी, शाम दी, वो संध्या मैं इस तरह बतीत करदा हाँ, इस तरह गुजारदा हाँ, इस तरह आरती करदा। किस तरह? सुन
ਸੁਣ ਕਹਿੰਦੇ ਹਨ ਕੋਈ ਸੰਕਲਪ ਵਿਕਲਪ ਨਹੀਂ, ਮੈਂ ਧਿਆਨ ਦੀ ਅਵਸਥਾ ਵਿੱਚ ਬੈਠ ਜਾਣਾ। ਨਾ ਕੋਈ ਚੰਗੇ ਖਿਆਲਾਤ, ਨਾ ਮੰਦੇ ਖਿਆਲਾਤ, ਨਾ ਕੋਈ ਪੁੰਨ ਨਾ ਕੋਈ ਪਾਪ, ਬਿਲਕੁਲ ਵਿਚਾਰ ਖਤਮ ਹੋ ਗਏ। ਕਿਉਂਕਿ ਕਦੇ ਕਦੇ ਅਸੀਂ ਕਹਿ ਦਿੰਦੇ ਹਾਂ ਕਿ ਮੇਰਾ ਦਿਮਾਗ ਕੰਮ ਨਹੀਂ ਕਰਦਾ ਪਿਆ, ਮੈਨੂੰ ਸਮਝ ਨਹੀਂ ਆ ਰਹੀ ਕੋਈ ਗੱਲ, ਸੁੰਨ ਹੋ ਗਿਆ। ਜਦੋਂ ਹੱਥ ਸੁੰਨ ਹੋ ਜਾਵੇ ਤਾਂ ਹੱਥ ਹਰਕਤ ਨਹੀਂ ਕਰਦਾ। ਜਦੋਂ ਪੈਰ ਸੁੰਨ ਹੋ ਜਾਵੇ ਤਾਂ ਪੈਰ ਹਰਕਤ ਨਹੀਂ ਕਰਦਾ। ਔਰ ਜਦੋਂ ਮਨ ਸੁੰਨ ਹੋ ਜਾਵੇ ਤਾਂ ਮਨ ਹਰਕਤ ਨਹੀਂ ਕਰਦਾ। ਕੋਈ ਖਿਆਲ ਕੋਈ ਵਿਚਾਰ ਉਤਪੰਨ ਹੀ ਨਹੀਂ ਹੁੰਦੇ। ਬਸ ਬੈਠਾ ਹੈ ਉਹਦੀ ਧੁਨ ਵਿੱਚ, ਉਹਦੀ ਮੌਜ ਵਿੱਚ। ਇਹ ਆਰਤੀ ਹੈ। ਸੁਨ ਸੰਧਿਆ ਤੇਰੀ ਦੇਵ ਦੇਵਾਕਰ। ਦੇਵਾਕਰ ਕਹਿੰਦੇ ਨੇ ਜੋ ਪ੍ਰਕਾਸ਼ ਦਾ ਖਜ਼ਾਨਾ ਹੈ, ਦੇਵਾਕਰ। ਸੂਰਜ ਨੂੰ ਵੀ ਕਹਿੰਦੇ ਨੇ ਦੇਵਾਕਰ। ਐ ਮੇਰੇ ਦੇਵ, ਐ ਪ੍ਰਕਾਸ਼ ਦੇ ਖਜ਼ਾਨੇ, ਐ ਸਾਰੇ ਜਗਤ ਦੇ ਮਾਲਿਕ ਅਦਪਤ, ਆਦ ਸਭ ਦਾ ਮੁੰਡ, ਔਰ ਸਾਰਿਆਂ ਦੇ ਵਿੱਚ ਤੂੰ ਸਮਾਇਆ ਹੋਇਆ ਹੈ। ਇਹ ਤੇਰੀ ਆਰਤੀ ਹੈ। ਸੁਨ ਸੰਧਿਆ ਤੇਰੀ ਦੇਵ ਦੇਵਾ ਕਰ, ਅਦਪਤ ਆਦ ਸਮਾਈ। ਅਗਾਂ ਚੱਲ ਕੇ ਸਾਹਿਬ ਕਹਿੰਦੇ ਨੇ ਸਿੱਧ ਸਮਾਧ ਅੰਤ ਨਹੀਂ ਪਾਇਆ। ਕੁਝ ਐਸੇ ਵੀ ਜੋਗੀ ਜੋ ਸੁੰਨ ਹੋ ਕੇ ਬੈਠੇ ਹੋਏ ਨੇ, ਸਮਾਧੀ ਵਿੱਚ ਬੈਠੇ ਹੋਏ ਨੇ। ਉਹ ਕਬੀਰ ਸਾਹਿਬ ਕਹਿੰਦੇ ਹਨ ਜਿਹੜੇ ਲੋਕ ਸਮਾਧੀ ਵਿੱਚ ਬੈਠੇ ਹੋਏ ਨੇ, ਜੋਗੀ ਬਣ ਕੇ, ਸਿੱਧ ਬਣ ਕੇ, ਕਹਿੰਦੇ ਨੇ ਬੇਸ਼ੱਕ ਬੈਠੇ ਹੋਏ ਨੇ, ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਕਿ ਸਿੱਧ ਸਮਾਧ ਅੰਤ ਨਹੀਂ ਪਾਇਆ। ਉਹਨਾਂ ਨੇ ਵੀ ਤੇਰਾ ਅੰਤ ਨਹੀਂ ਲੱਭਿਆ। ਅੱਛਾ, ਇੱਕ ਪੰਕਤੀ ਪਾਠ ਕਰਦਿਆਂ ਕਰਦਿਆਂ ਆ ਗਈ ਤਾਂ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਨੇ ਨਾਲ ਕੁਟੁੰਬ ਸਾਥ ਵਰਦਾਤਾ, ਬ੍ਰਹਮੇ ਭਾਲਣ ਸ੍ਰਿਸ਼ਟ ਗਿਆ। ਧਿਆਨ ਦੇ ਨਾਲ ਸੁਣਨਾ। ਨਾਲ ਕੁਟੁੰਬ, ਇੱਕ ਕਮਲ ਦੇ ਫੁੱਲ ਦੀ ਜਿਹੜੀ ਨਾਲ ਹੈ ਉਸ ਨੂੰ ਕਹਿੰਦੇ ਨੇ ਨਾਲ। ਕੁਟੁੰਬ ਕਿ ਉਹਦੇ ਨਾਲ ਪੱਤੇ, ਫੁੱਲ, ਬਨਸਪਤੀ। ਤੇ ਵਰਦਾਨ ਕਿਸ ਤੋਂ ਲਿਆ? ਸਾਥ ਵਰਦਾਤਾ ਵਿਸ਼ਨੂੰ ਜੀ ਮਹਾਰਾਜ। ਵਿਸ਼ਨੂੰ ਜੀ ਮਹਾਰਾਜ ਤੋਂ ਸਾਥ ਲੈ ਕੇ, ਵਰਦਾਨ ਲੈ ਕੇ ਤਾਂ ਬ੍ਰਹਮਾ ਕਿੱਥੇ ਗਿਆ? ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਕਹਿੰਦੇ ਨੇ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਮੈਂ ਸ੍ਰਿਸ਼ਟੀ ਨੂੰ ਦੇਖਾਂ ਤਾਂ ਕਿਤਨੀ ਵੱਡੀ ਹੈ। ਤੇ ਆਸ਼ੀਸ਼ ਸ਼ਿਵ ਜੀ ਮਹਾਰਾਜ ਤੋਂ, ਵਿਸ਼ਨੂੰ ਮਹਾਰਾਜ ਤੋਂ ਲੈ ਕੇ ਜਾਂਦਾ ਹੈ। ਕਹਿੰਦੇ ਨੇ ਫਿਰ ਕੀ ਹੁੰਦਾ ਹੈ? ਕਹਿੰਦੇ ਨੇ ਭਾਲ ਕਰਦੀਆਂ, ਤਲਾਸ਼ ਕਰਦੀਆਂ ਕਿਤਨੇ ਹੀ ਯੁੱਗ ਗੁਜ਼ਰ ਗਏ, ਸਰੀਰ ਬੁੱਢਾ ਹੋ ਗਿਆ, ਪਰ ਸ੍ਰਿਸ਼ਟੀ ਦਾ ਅੰਤ ਨਹੀਂ ਮਿਲਿਆ। ਤਾਂ ਸ੍ਰਿਸ਼ਟਾ ਦਾ ਅੰਤ ਕਿਵੇਂ ਮਿਲੇਗਾ? ਜਦੋਂ ਕਿਰਤ ਦਾ ਹੀ ਅੰਤ ਨਹੀਂ ਹੈ ਤਾਂ ਕਰਤੇ ਦਾ ਅੰਤ ਕਿੱਥੋਂ ਮਿਲੇਗਾ? ਨਹੀਂ ਮਿਲ ਸਕਦਾ। ਤਾਂ ਸਾਹਿਬ ਕਹਿੰਦੇ ਨੇ, ਕਬੀਰ ਜੀ ਮਹਾਰਾਜ ਕਹਿੰਦੇ ਨੇ ਸਿੱਧ ਸਮਾਧ ਅੰਤ ਨਹੀਂ ਪਾਇਆ। ਅਖੀਰ ਵਿੱਚ ਕੀ ਕੀਤਾ ਫਿਰ? ਲਾਗ ਰਹਿ ਸ਼ਰਨਾਈ। ਐ ਪ੍ਰਭੂ ਹੁਣ ਤੂੰ ਕਿਰਪਾ ਕਰ, ਸਾਡੇ ਵਾਸਤੇ ਗੱਲ ਨਹੀਂ, ਗੱਲ ਨਹੀਂ ਬਣੀ। ਅਸੀਂ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਇੱਥੇ ਮੈਂ ਇੱਕ ਨੁਕਤਾ ਆਪ ਜੀ ਦੇ ਸਾਹਮਣੇ ਰੱਖਾਂ। ਬੰਦਗੀ ਕਰਨੀ ਹੈ, ਸਿਮਰਨ ਕਰਨਾ, ਸਾਧਨਾ ਕਰਨੀ, ਨਿਤਨੇਮ ਕਰਨਾ, ਪਰ ਨਾਲ ਦੀ ਨਾਲ ਇਹ ਵੀ ਕਹਿ ਦੇਣਾ ਐ ਪ੍ਰਭੂ ਮਿਲਣਾ ਹੈ ਤਾਂ ਤੇਰੀ ਰਹਿਮਤ ਨਾਲ ਹੈ, ਤੇਰੀ ਕਿਰਪਾ ਨਾਲ। ਔਰ ਕਦੇ ਵੀ ਦਾਵਾ ਨਾ ਕਰ ਬੈਠਣਾ ਕਿ ਮੈਂ ਨਿਤਨੇਮ ਰੋਜ਼ ਕਰਨਾ, ਮੈਨੂੰ ਮਿਲਣਾ ਚਾਹੀਦਾ ਹੈ, ਮੈਂ ਪਾਠ ਰੋਜ਼ ਕਰਨਾ, ਮੈਨੂੰ ਮਿਲਣਾ ਚਾਹੀਦਾ ਹੈ,
मैं सिमरन रोज करदा हाँ, मिलना चाहिए है। साहब कहते ने फिर करी जा दावे, करी दावा नहीं करना, अरदास करनी है, बेनती करनी। तो कबीर साहब महाराज कहते ने, ऐ मेरे मालिक ले हो आरती, मैं तेरी आरती किस तरह करदा ये देखो। ते नाल जगत नूं भी कहते ने, हो तुमराद, ऐ जगत दे लोगो तुसी भी इस तरह आरती करो। किस तरह? उस निरंजन पुरख दी, पुरख कहते ने पुरी पुरी बसंता सा पुरखा, जो जरे जरे विच बैठा है, हर शरीर विच बैठा है, कण कण विच बैठा है, उसनों कहते ने पुरख। और निरंजन कहते ने कालख तो रहते, उसकी आरती करो। ऐ संसार दे लोगो, आओ असी इकट्ठे होके आरती करते हैं। तो किस तरह करी आरती? थाल लेके? नहीं। ते फिर टोल छेने लेके? उसका की भाव? नहीं। तो फिर ताल खड़ताल बजा के कहने लगे, नहीं वो भी नहीं। तो फिर किस तरह आरती करी? धन कबीर साहब महाराज कहते ने, परमात्मा की जे आरती करनी है तो फिर सतगुरु पूजो हो भाई। ए मेरे भाई, ए मेरे मित्रों, सतगुरु नु पूजो। सतगुरु हुण सतगुरु नु किस तरह पूजना है? क्योंकि साहब दे बोल हन, जे दान भी करना अकल देना, जे पूजा भी करनी ते अकल देना, सिमरन साधना भी अकल देना। तो फिर गुरु की पूजा की है? धन गुरु ग्रंथ साहब महाराज दे बोल हन कि गुरु की पूजा गुरु शब्द विचार। जे गुरु नू मनाना होवे, सतगुरु नू मनाना होवे, तो सतगुरु दे शब्द की विचार करनी है। इत्थे मैं एक छोटी जी गल आप जी दे सामने रखा। गुरुदेव पिता ने अपने बच्चियां नू, जो विदेश विच रहिंदे सी, तिन्हां पुत्रां नू चिट्ठी भेजी है और कारोबार करन दा सलीका दसिया। उहदे विच कारोबार किस तरह करना है, उहदे विच सलीका दसिया। फिर एक साल बाद गुरुदेव पिता नू जाना पै गया उत्थे बच्चियां कोल। तो बच्चे नू पुछदा है, पुत्रा जी चिट्ठी मैं भेजी सी आप जी नू मिली? हाँ पिताजी मिली। मैं पढ़िया चिट्ठी विच बहुत चंगे ख्यालात, कारोबार दा सलीका मैं उसी तरह किया, मैनू मुनाफा होया। पर जे किधरे ये चिट्ठी 2 महीना पहला मिल जाती तो मुनाफा मैनू 100% वध होना सी, पर फिर भी 40% मुनाफा होया। हुण दूजे पुत्र नू पुछ लिया, तुसी दसो। वो कहता है, खत तो मेरे कोल भी आया, चिट्ठी तो मेरे कोल भी आई, सलीका बहुत चंगा, बहुत चंगा। मन बड़ा गदगद हो गया कि इन्ना सोहना सलीका पिता ने दसिया है, पर हाले में लागू नहीं किया कारोबार ते। चंगा पुत्र ये किधरे लागू कर लेंदा ते मुनाफा वध जांदा। जे सलीका चंगा लग्या है तो हुण कारोबार विच ये सलीका जरूर अपनाना है, तेनों फायदा होगा। हुण तीजे पुत्र कोल जांदा है, उन्होंने पुछदा, तू बोल तेरे कोल मेरा खत आया सी? कहंदा हाँ गुरुदेव पिता खत आया सी। पिता दा खत होवे फिर ओदी परवाह ना करिए, ये तो हो ही नहीं सकता। अब जी चल के देखो मेरे घर।
ਆਪਣੇ ਘਰ ਵਿੱਚ ਲੈ ਜਾ ਕੇ ਪਿਤਾ ਨੂੰ ਕਹਿੰਦਾ ਹੈ, ਉਹ ਸਾਹਮਣੇ ਕਮਰਾ ਦੇਖੋ ਤੇ ਬਹੁਤ ਸੁੰਦਰ ਪਾਲਕੀ, ਉਸ ਪਾਲਕੀ ਦੇ ਥੱਲੇ ਬਾਓ ਬਹੁਤ ਅਦਬ ਨਾਲ ਆਪ ਜੀ ਦਾ ਖੱਤ, ਔਰ ਬੜੇ ਸੋਹਣੇ ਰੁਮਾਲੇ ਨਾਲ ਮੈਂ ਢੱਕਿਆ ਹੋਇਆ ਹੈ। ਮੈਂ ਰੋਜ਼ ਮੱਥਾ ਟੇਕਣਾ, ਮੈਂ ਰੋਜ਼ ਆਰਤੀ ਕਰਨਾ, ਮੈਂ ਰੋਜ਼ ਦੀਵਾ ਜਗਾਨਾ, ਔਰ ਮੱਥਾ ਮੇਰੇ ਬੱਚੇ ਵੀ ਟੇਕਦੇ ਨੇ, ਪਤਨੀ ਵੀ ਟੇਕਦੀ ਹੈ, ਰੋਜ਼ ਮੱਥਾ ਟੇਕਦੇ। ਹੁਣ ਪਿਤਾ ਕਹਿੰਦਾ ਹੈ, ਪਹਿਲਾਂ ਮੈਨੂੰ ਇਹ ਦੱਸ ਚਿੱਠੀ ਖੋਲ ਕੇ ਪੜ੍ਹੀ ਵੀ ਹੈ ਕਿ ਨਹੀਂ? ਤੇ ਪੁੱਤਰ ਕਹਿੰਦਾ ਹੈ, ਗੁਰਦੇਵ ਪਿਤਾ, ਉਹ ਤਾਂ ਮੈਨੂੰ ਸਮਾਂ ਨਹੀਂ ਮਿਲਿਆ ਚਿੱਠੀ ਖੋਲਣ ਦਾ ਤੇ ਪੜ੍ਹਨ ਦਾ, ਪਰ ਮੱਥਾ ਰੋਜ਼ ਟੇਕਦਾ, ਆਰਤੀ ਰੋਜ਼ ਕਰਦਾ। तो पिता ने अपना सिर पकड़ लिया, कहने लगे, मूर्ख दे मूर्ख, हुण गुस्ताखी माफ। जे किधरे मैं आप जी नूं पुछ लवां, आप जी किहड़े नंबर दे पुत्र हो, पहले नंबर दे, दूजे नंबर दे या तीजे नंबर दे? जे पहले नंबर दे पुत्र हो, मुबारक है आप जी का जीवन, पहले नंबर। ते जे किधरे दूजे नंबर दे पुत्र हो तां भी थोड़ा बहुत मुबारक है, सलीका चंगा लग रहा है, कथा चंगी लगती है, कीर्तन चंगा लगता है, पर तुरे नहीं हो, गुरु रहमत करेगा, अज नहीं तो कल तुरोगे। हुण जे तीजा पुत्र होवे, मत्था रोज टेकदा होवे, आरती रोज करदा होवे, रुमाले रोज बदलदा होवे, पर गुरबाणी पढ़न का कदे मौका ही नहीं मिलिया, समय ही नहीं मिलिया, तो फिर गुरु साहब ने खुश नहीं होना है। और ये भी गल मैनू कहना देना गुस्ताखी माफ, फिर गुरपुरब भावें कितने ही मनाते रहिए, फिर कोई फायदा नहीं है, कोई फायदा नहीं। हाँ, गुरपुरब इस तरह मनाना है कि कितने ऐसे सिख, कितने ऐसे सिंह गुरु के प्यारे गुरु नाल जुड़े ने, ते कथा कीर्तन सुन के उन्होंने नेत्र सजल हुए ने, कितनी संगत जुड़ी। पर कई दफा साढ़े तो एक भुल हो जाती है, जदों असीं कह दें गुरपुरब बहुत चंगा मनाया, क्यों? संगत बहुत आई सी, गोलक बहुत वधी है और इतना मुनाफा होया, इतने पैसे बचे ने, इसनों बहुत चंगा ना कहना। क्योंकि गुरपुरब इस करके नहीं मनाना कि माया इकट्ठी होवे बहुती, नहीं। गुरपुरब इस करके मनाना है कि संगत दे जीवन विच जागृति पैदा होवे और जीवन बदले। तो साहिब कहते ने, ले हो आरती हो ए संसार दे लोगो, जे आरती करनी है तो फिर इस तरह करो, पुरख निरंजन दी सतगुरु पूजो भाई। सतगुरु ने पूज, पूजा कीचे नाम दे आई है, बिन नामे पूज ना होए। नाम जपना, गुरु दे बोल मनने, गुरु दी गल सुननी। एक मैनू ख्याल जरूर आया, बीबी जी ने कहना भी ज्ञानी जी की निगाह कित्थे तक पहुंच जाती है। जो बीबी कीर्तन ते बैठी सी नाल, तो मन में एक ख्याल आया कि किते ऐसा तो नहीं कि बीबी दे जीवन में कोई कारज सामने आ गया तो रोज गुरु नूं मत्था टेकना, ते कारज हो गया तो गुरु दे कोल ही नहीं आना। पर नहीं, रोज आंदी बीबी, मुबारक है, रोज आया करो, बहुत खुशी होंदी। क्योंकि हर साह दे नाल तेरा शुकराना, हर साह दे नाल तेरा धन्यवाद। तो साहिब कहते ने, ठाडा ब्रह्मा निगम विचारे। ठाडा कहते ने खड़े हो के, जदों आप जी सलोक पढ़ते हो, दरमां दे ठाडे दरबार तुझ बिन सुरत करे को मेरी दर्शन दीजै खोल के। वा एक कबीर साहब का सलोक है,
ਇਹਨੂੰ ਵੀ ਥੋੜਾ ਜਿਹਾ ਆਪ ਜੀ ਦੇ ਸਾਹਮਣੇ ਰੱਖਾਂ, ਕਿਉਂਕਿ ਵਿਚਾਰਧਾਰਾ ਮੈਨੂੰ ਚੰਗੀ ਲੱਗੀ ਇਹਦੀ। ਬਾਣੀ ਸਾਰੀ ਮੁਬਾਰਕ ਹੈ, ਸਾਰੀ ਚੰਗੀ। ਇੱਕ ਦਰਵੇਸ਼ ਸੰਤ ਪੁਰਸ਼ ਗੱਲ ਕਹਿ ਰਿਹਾ ਸੀ ਕਿ ਕਬੀਰ ਸਾਹਿਬ ਜੀ ਜਦੋਂ ਵਿਸਮਾਦ ਮੰਡਲ ਵਿੱਚ ਪਹੁੰਚੇ ਨੇ, ਕਿ ਜਿਵੇਂ ਬੂਹੇ ਦੇ ਕੋਲ ਪਹੁੰਚ ਗਏ ਨੇ, ਹੁਣ ਅੰਦਰ ਆਣਾ ਹੈ। ਤੇ ਕਈ ਵਾਰ ਮਨੁੱਖ ਦੇ ਜੀਵਨ ਵਿੱਚ ਹੰਕਾਰ ਦਾ ਜਨਮ ਹੋ ਜਾਂਦਾ ਹੈ। ਮੈਂ ਇੱਥੇ ਤੱਕ ਪਹੁੰਚ ਗਿਆ, ਇੱਥੇ ਤੱਕ। ਹੁਣ ਜੇ ਕਿਧਰੇ ਇਹ ਖਿਆਲ ਆ ਗਿਆ ਮੈਂ ਇੱਥੇ ਤੱਕ ਪਹੁੰਚ ਗਿਆ, ਹੁਣ ਗੁਰੂ ਸਾਹਿਬ ਮੇਰੇ ਕਰੀਬ ਹਨ, ਮੈਂ ਗੁਰੂ ਸਾਹਿਬ ਦੇ ਕਰੀਬ ਹਾਂ, ਤਾਂ ਗੁਸਤਾਖੀ ਮਾਫ, ਜੇ ਉਧਰੋਂ ਹੀ ਪੈਰ ਫਿਸਲ ਜਾਵੇ, ਥੱਲੇ ਜਾ ਕੇ ਡਿੱਗੀਏ, ਫਿਰ ਕੀ ਹੋਏਗਾ? ਨਹੀਂ ਪਹੁੰਚ ਪਾਵਾਂਗੇ। ਕਿਉਂਕਿ ਮੱਤਾ ਕਰੇ ਪਸ਼ਮ ਕੇ ਤਾਈ ਪੂਰਬ ਹੀ ਲੈ ਜਾਤ। ਤਾਂ ਕਬੀਰ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਗੁਰੂ ਦੇ ਦਰ ਤੇ ਖੜ ਕੇ ਮੈਂ ਹੰਕਾਰ ਦੇ ਗੀਤ ਨਹੀਂ ਗਾਏ, ਮੈਂ ਇੱਕ ਅਰਜ਼ ਭੇਜੀ ਆਪਣੇ ਮਾਲਕ ਨੂੰ। ਕੀ ਅਰਜ਼? ਦਰਮਾਂ ਦੇ ਠਾਡੇ ਦਰਬਾਰ। ਦਰਮਾਂ ਦੇ ਕਹਿੰਦੇ ਨੇ ਆਜਿਜ਼, ਗਰੀਬ, ਨਿਮਾਣਾ। ਠਾਡੇ ਕਹਿੰਦੇ ਨੇ ਖੜਾ ਹੈ ਤੇਰੇ ਦਰ ਤੇ। ਦਰਮਾਂ ਦੇ ਠਾਡੇ ਦਰਬਾਰ, ਐ ਪ੍ਰਭੂ ਇੱਕ ਆਜਿਜ਼, ਇੱਕ ਗਰੀਬ ਤੇਰੇ ਦਰ ਤੇ ਖੜਾ ਹੈ। ਤੁਝ ਬਿਨ ਸੁਰਤ करे को मेरी, तेरे तो बिना मेरी सार किसने लेनी है? तो तू एक कृपा कर, दर्शन दीजै खोल के वाड़, मेरे दीदार कर, मेरे तेरे रहमत कर। तो इस तरह का निमाणापन जीवन विच चाहिए है। तो कबीर साहब महाराज कहते ने ठाडा ब्रह्मा निगम विचारे। ब्रह्मा खड़े होके, ठाडा खड़े होके निगम विचारदा पिया है। निगम कहते ने वेद, चार वेद गा रहा है ब्रह्मा। पर होया कि कहते ने भावें वो वेद उचारण करदा पिया है, भावें वो गा रहा है, ठाडा ब्रह्मा निगम विचारे अलख ना लखिया जाए। वो अलख प्रभु इसनों नहीं लख पाया, नहीं देख पाया। हुण इत्थे मैं फिर अर्ज करा, अंत की गल तां दूर है, ਉਹਦਾ अंत ਲੱਭਣਾ ਉਹ ਤਾਂ दूर की गल है। ਉਹਦੀ सृष्टि का भी अंत नहीं ਲੱਭ सकते। फिर ਉਹਦੀ सृष्टि का अंत ਲੱਭਣਾ ਤਾਂ दूर की गल है। कबीर साहब कहते हैं अलख ना लखिया जाए, ਉਹਨੂੰ देख ही नहीं पाए अखां नाल। ते फिर ਉਹਦੀ प्राप्ति किस तरह हुई? कहते हैं अनुभव। हुण एक छोटा जिहा उदाहरण आप जी दे सामने। एक साधक कहता है कि जदों उस प्रभु नाल मिलन होवे तो सानू पता किस तरह लगेगा? साधना असी करते पे हाँ, गीत असी गा रहे हाँ, भगती असी करते पे हाँ, पता किस तरह लगेगा? तो गुरु ने उसनों जवाब दिता साधक नूं कि देख, जदों असी सफर करते हैं तो सफर करदियां करदियां कदे तां कह दिंदे हां हवा गर्म वगदी पई है, और कदे कदे कह दिंदे हां हवा बहुत ठंडी आ रही है, लगता है किते नेड़े सरोवर है। और कदे कह दिंदे हां हवा बहुत सुगंधी है, लगता है किते चमन है। हवा बहुत बदबूदार है, लगता है कोई जानवर मरिया हुआ है। तो तखमीना इसी तरह लगाते, अंदाजा इसी तरह लगाते। तो वो संत पुरुष कहता है साधक नूं
बस यही गल है, जिमें जिमें प्रभु की रहमत होवेगी खुशबू आनी शुरू हो जाती है, खुद ब खुद खबर मिलनी शुरू हो जाती है कि हाँ एक खुशबू उसे दी है, निरंकार दी है, एक खुशबू देवी गुणा दी है, मेरे मालिक दी। कबीर साहब जी सारिया गल्लां कह के हुण अपनी गल दसते हैं कि आरती करनी है तो हुण इस तरह कर। तो आप जी की रसना चो मुबारक बोल निकले, तत् तेल। तत् कहते हैं ज्ञान, रोज कथा सुननी ये तत् है, ये ज्ञान है, ये तेल है। जे किधरे दीवे दे विच तेल ना होवे दीवा नहीं जगेगा, जे किधरे दीवे विच तेल होवे बत्ती ना होवे दीवा नहीं जगेगा, जे किधरे तेल भी होवे बत्ती भी होवे और दीवा ना होवे उजाला नहीं होएगा, नहीं होएगा। तो दीपक भी चाहिए है, तेल भी चाहिए है और बत्ती भी चाहिए। हुण दीपक किहड़ा है? आप जी का शरीर, आप जी की देह, ये दीपक है। मैं सवेरे भी अर्ज कर रहा सी रजौरी गार्डन, मैं अर्ज की क्योंकि एक माई ने कह दिता कि ज्ञानी जी जो हरमंदर साहिब तो जो कीर्तन चलता है बसंत की वार गाउंदे ने ते असीं सुनते हैं पर समझ नहीं है, इसे दी कथा करो अज। मैं क्या चंगा, तो मैं हंसते हुए बीबी नूं कह दिता, क्योंकि वो टीचर भी है, मैं हंसते हुए कह दिता बीबी जी किते तुसीं मेरा इम्तिहान तो नहीं ले रहे हो कि नवा शब्द दईए भाई साहब, देखिए जरा। कहने लगे नहीं ज्ञानी जी मैंने बहुत खुशी होती है बाणी की व्याख्या सुन के। तो मैं अर्ज की थी बसंत रुत आई, केड़ी बसंत? कितनी दफा बसंत रुत आई है, कितनी दफा चली गई है, कितनी दफा बसंत ने आना है और कितनी दफा चले जाना है, कितनी दफा। पर साहब ने किस बसंत का जिक्र किया है? आप जी देखो विचार करो केड़ी बसंत की गल की थी, क्योंकि एक तरफ सर्दी भी है एक तरफ गर्मी भी है। सर्दी विच फुल इस करके नहीं खिड़दा क्योंकि पाला कक्कर है, और गर्मी विच फुल इस करके नहीं खिड़िया क्योंकि तपस है, फुल मुरझा गया, फुल सड़ गया। बसंत रुत ऐसी रुत है जिथे गर्मी बर्दाश्त करन जोग, सर्दी बर्दाश्त करन जोग, इत्थे फुल खिड़दा है, बहुत सोहना। तो साहिब कहते हैं कि कई बार असी ऐसे जानवर बने हाँ जो जीवन दे विच ठंडक ही ठंडक सी, पए हुए हाँ एको ही थां ते पए हुए हाँ, ऐसे जानवर भी असी बने। और कई दफा ऐसे जानवर भी बने हाँ जो तपदे हुए, जिवें शेर चीता। और कहते ने ये शेर ते चीता ये गर्मी का मौसम और सुस्त इको थां ते पै रहने वाले जानवर ये सर्दी का मौसम, और जो ये मनुख का शरीर है ये बसंत है, ये बसंत है। अब कल्हू आयो रे एक नाम बो 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 बो, ये बसंत है। तो इस बसंत विच, इस मनुखी देह विच आप जी ने दीवा जगाना है, श्रद्धा है। तो मैं एक होर अर्ज कर दवा, जदों भी कीर्तन सुनो, कथा सुनो, पाठ करो, तो गुरु साहिब नूं ऐसी अरदास करो पातशाह जी हृदय विच प्रेम होवे, श्रद्धा होवे, क्योंकि श्रद्धा नाल कीता होया पाठ सिमरन कथा मुबारक होता है। तो
ਕਬੀਰ ਸਾਹਿਬ ਕਹਿੰਦੇ ਨੇ ਸਰਵ ਪ੍ਰਥਮ ਦੀਵਾ ਚਾਹੀਦਾ ਹੈ, ਉਹ ਦੀਵਾ ਆਪ ਜੀ ਦੇ ਕੋਲ ਹੈ, ਸ਼ਰੀਰ। ਇਸ ਦੀਵੇ ਦੇ ਵਿੱਚ ਤੇਲ ਕਿਹੜਾ ਚਾਹੀਦਾ ਹੈ? ਤਾਂ ਸਾਹਿਬ ਕਹਿੰਦੇ ਨੇ ਤਤ ਤੇਲ। ਰੋਜ਼ ਤਤ ਦੀ ਗੱਲ ਸੁਣਦੇ ਹਾਂ, ਕਥਾ ਸੁਣਦੇ ਹਾਂ, ਗਿਆਨ ਦੀ ਗੱਲ ਸੁਣਦੇ ਹਾਂ, ਇਹ ਗਿਆਨ ਦੀ ਗੱਲ ਨੂੰ ਆਪਣੇ ਦਿਲ ਵਿੱਚ ਵਸਾਓ, ਇਹ ਤੇਲ ਹੈ। ਔਰ ਬਾਤੀ ਕਿਹੜੀ ਹੈ? ਜੋ ਆਪ ਜੀ ਨਾਮ ਸਿਮਰਨ ਕਰਦੇ ਹੋ, ਇਹ ਬੱਤੀ ਹੈ। ਤਤ ਤੇਲ ਨਾਮ ਕੀਆ ਬਾਤੀ, ਦੀਪਕ ਦੇਹ ਉਜਾਰਾ। ਇਹ ਦੀਪਕ ਦੇਹ ਸਾਡਾ ਸਰੀਰ ਹੈ, ਹੁਣ ਤੇਲ ਵੀ ਹੈ, ਬੱਤੀ ਵੀ ਹੈ, ਦੀਵਾ ਵੀ ਹੈ। ਹੁਣ ਧਿਆਨ ਦੇਣਾ, ਇਹ ਦੀਵਾ ਕਿਸ ਤਰ੍ਹਾਂ ਜਗੇਗਾ? ਤਾਂ ਸਾਹਿਬ ਕਹਿੰਦੇ ਨੇ ਜੋਤ ਲਾਏ ਜਗਦੀਸ਼ ਜਗਾਇਆ। ਇਹ ਜੋਤ ਕਿਸਨੇ ਲਗਾਈ? ਜਗਦੀਸ਼ ਨੇ, ਜੋ ਜਗਤ ਦਾ ਈਸ਼ ਹੈ, ਜਗਤ ਦਾ ਮਾਲਕ। ਇਹ ਜੋਤ ਉਸ ਤੇ ਲਗਾਈ। ਕੋਈ ਵਿਰਲਾ ਇਸ ਨੂੰ ਬੁਝਦਾ ਹੈ, ਬੋਝ ਹੈ ਬੋਝਨਹਾਰਾ। ਇੱਕ ਪੰਕਤੀ ਪੜ੍ਹ ਰਿਹਾ ਸੀ ਕਿ ਮਨੁੱਖ ਦੇ ਕਰਮ ਮਿਟਦੇ ਨੇ। ਕਈ ਦਫਾ ਕਹਿ ਦਿੰਦੇ ਆ ਕਿ ਕਰਮ ਤਾਂ ਜੋ ਜਿਹੜੇ ਹੋ ਚੁੱਕੇ ਨੇ ਉਹ ਨਹੀਂ ਮਿਟਣਗੇ। ਮੈਂ ਵੀ ਕਈ ਦਫਾ ਸੰਗਤਾਂ ਨੂੰ ਕਹਿ ਦਿੰਦਾ, ਜੋ ਕਰ ਬੈਠੇ ਆ ਉਹ ਤਾਂ ਭੋਗਣੇ ਪੈਣਗੇ। ਪਰ ਅੱਜ ਗੁਰਬਾਣੀ ਪੜ੍ਹਦਿਆਂ ਮੈਨੂੰ ਖਿਆਲ ਆਇਆ, ਗੁਰਬਾਣੀ ਦੀ ਇੱਕ ਪੰਕਤੀ ਆਈ ਕਿ ਜਿਸ ਮਨੁੱਖ ਨੂੰ ਅੰਦਰ ਤੇ ਬਾਹਰ ਰੱਬ ਦੇ ਜਲਵੇ ਦਾ ਜ਼ਹੂਰ ਹੋਵੇ, ਪ੍ਰੇਮ ਪੈਦਾ ਹੋਵੇ, ਕਹਿੰਦੇ ਨੇ ਉਹਦੇ ਸਾਰੇ ਕਰਮ ਮਿਟ ਜਾਂਦੇ, ਸਾਰੇ ਅੰਦਰੋਂ ਬਾਹਰ। ਇਤਨਾ ਪ੍ਰੇਮ ਹੋਵੇ। ਇੱਕ ਮਾਈ ਨੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ, ਉਸ ਤੇ ਅਸੀਂ ਕਾਬਿਲ ਨਹੀਂ, ਉਹ ਗੱਲ ਸੁਣਨ ਦੇ ਵੀ ਕਾਬਿਲ ਨਹੀਂ ਹੈ, ਔਰ ਉਹ ਗੱਲ ਮੈਂ ਆਪ ਜੀ ਨੂੰ ਸੁਣਾ ਦੇਵਾਂ ਉਹਦੇ ਵੀ ਕਾਬਿਲ ਨਹੀਂ। ਪਰ ਉਹਦੀ ਸ਼ਰਧਾ ਜਿਹੜੀ ਹੈ, ਉਹਦੀ ਮੈਂ ਗੱਲ ਕਹਿ ਰਿਹਾ। ਜਿਵੇਂ 2-3 ਦਿਨ ਪਹਿਲਾਂ ਸੋਨੀ ਸਾਹਿਬ ਨੇ ਕਿਹਾ ਕਿ ਮੇਰੀ ਇੱਕ ਬਹੁਤ ਵੱਡੀ ਖੁਸ਼ੀ ਹੈ ਕਿ ਮੈਂ ਭਾਈ ਸਾਹਿਬ ਜੀ ਨੂੰ ਇੱਕ ਸ਼ੇਰਵਾਨੀ ਬਣਾ ਕੇ ਦੇਵਾਂ, ਭਾਈ ਸਾਹਿਬ ਜੀ ਪਾਣ, ਮੈਨੂੰ ਖੁਸ਼ੀ ਹੁੰਦੀ ਹੈ। ਇੱਕ ਸ਼ਰਧਾ, ਇੱਕ ਆਸਥਾ ਹੈ, ਪ੍ਰੇਮ। ਤੇ ਉਹ ਮਾਈ ਕੀ ਕਹਿੰਦੀ ਹੈ? ਕਹਿੰਦੀ ਹੈ ਗਿਆਨੀ ਜੀ, ਮੈਂ ਆਪ ਜੀ ਨੂੰ ਕੁਝ ਦੇਣਾ ਚਾਹੁੰਦੀ ਹਾਂ, ਆਪ ਜੀ ਉਸ ਨੂੰ ਕਬੂਲ ਕਰਨ। ਤੇ ਮੈਂ ਉਸ ਨੂੰ ਅਰਜ਼ ਕੀਤੀ, ਮੈਂ ਜ਼ਰੂਰ ਕਬੂਲ ਕਰਾਂਗਾ। ਤੇ ਉਹਨਾਂ ਨੇ ਜੋ ਕੁਝ ਵੀ ਭੇਂਟ ਕੀਤਾ ਗੁਰੂ ਨਾਨਕ ਸਾਹਿਬ ਦੇ ਸਦਕੇ, ਤੇ ਉਹ ਮੈਂ ਪਾ ਲਿਆ। ਤੇ ਪਾ ਕੇ ਜਦੋਂ ਮੈਂ ਕਥਾ ਤੇ ਬੈਠਾ ਤੇ ਉਸਨੇ ਖਿਆਲ ਕੀ ਦਿੱਤਾ ਆਪਣਾ, ਮੈਂ ਉਸ ਤੇ ਖਿਆਲ ਦੀ ਗੱਲ ਕਰ ਰਿਹਾ, ਪਰ ਇਹ ਗੱਲ ਨਾ ਸੁਣਾਉਣ ਜੋਗੇ ਨਾ ਸੁਣਨ ਜੋਗੇ ਸੀ। ਉਹ ਕਹਿੰਦੇ ਨੇ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਹੈ ਜਿਵੇਂ ਮੈਂ ਕੀਤੀ ਹੋਈ ਭੇਟ ਮੇਰਾ ਗੁਰੂ ਕਬੂਲ ਕਰ ਰਿਹਾ, ਗੁਰੂ ਪਾ ਰਿਹਾ ਹੈ, ਮੇਰਾ ਰੱਬ ਪਾ ਰਿਹਾ। ਇਤਨੀ ਗੱਲ ਕਹਿ ਕੇ ਰੋ ਪਈ। ਤਾਂ ਮੈਂ ਉਸ ਨੂੰ ਅਰਜ਼ ਕੀਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਹਨ ਕਿ ਗੁਰੂ ਸਾਹਿਬ ਦੇ ਸਦਕੇ ਜੇ ਕਿਸੇ ਗੁਰਸਿੱਖ ਨੂੰ ਬਸਤਰ ਦਿੱਤੇ ਨੇ, ਭੋਜਨ ਛਕਾਇਆ ਹੈ, ਤੇ ਗੁਰੂ ਦੇ ਲਿਖੇ, ਉਹ ਰੱਬ ਦੇ ਲਿਖੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ, ਪੱਖਾ ਫੇਰੀ ਪਾਣੀ ਢੋਵਾਂ, ਕਿਹਨਾਂ ਵਾਸਤੇ? ਕਹਿਣ ਲੱਗੇ ਹਰ ਜਨ ਕੈ ਪੀਸਣ ਪੀਸ ਕਮਾਵਾਂ। ਇਹ ਕਿਧਰੇ ਮੈਨੂੰ ਦਾਣੇ ਵੀ ਪੀਸਣੇ ਪੈ ਜਾਣ ਸੰਗਤ ਵਾਸਤੇ, ਮੈਂ ਤਿਆਰ ਹਾਂ। ਪੱਖਾ ਵੀ ਜਲਣਾ ਪੈ ਜਾਵੇ, ਮੈਂ ਤਿਆਰ ਹਾਂ। ਪਾਣੀ ਵੀ ਢੋਣਾ ਪੈ ਜਾਵੇ, ਮੈਂ ਤਿਆਰ ਹਾਂ। ਕਿਸ ਵਾਸਤੇ?
ਅਗਲੀ ਪੰਕਤੀ ਕਹਿੰਦੀ ਹੈ, ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾਂ। ਤੇਰੇ ਜਨ, ਤੇਰੇ ਭਗਤ, ਤੇਰੇ ਪਿਆਰੇ, ਕਿਉਂਕਿ ਉਹਨਾਂ ਦੀ ਉਂਗਲੀ ਫੜ ਕੇ ਕਿਤੇ ਅਸੀਂ ਵੀ ਉੱਥੇ ਪਹੁੰਚ ਜਾਈਏ। ਤਾਂ ਮੈਂ ਅਖੀਰਲੀ ਗੱਲ ਕਹਿ ਕੇ ਸਮਾਪਤੀ ਵੱਲ ਆਉਣਾ। ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਪੰਚੇ ਸ਼ਬਦ ਅਨਾਹਦ ਬਾਜੇ, ਸੰਗੇ ਸਾਰਿੰਗ ਪਾਣੀ। ਪੰਚੇ ਸ਼ਬਦ ਕਿਹੜੇ ਕਿਹੜੇ? ਦੁਨਿਆਵੀ ਤੌਰ ਤੇ ਤਾਂ ਪੰਜ ਸ਼ਬਦ ਕਹਿ ਜਾਂਦੇ ਨੇ, ਤੰਤੀ ਸਾਜ਼, ਜਾਂ ਫਿਰ ਜੋ ਖਲ ਦੇ ਨਾਲ ਤਿਆਰ ਕੀਤੇ ਹੋਏ ਸਾਜ਼, ਜਿਵੇਂ ਢੋਲਕੀ, ਤਬਲਾ, ਜਾਂ ਫਿਰ ਤੰਤੀ ਸਾਜ਼ ਰਬਾਬ, ਜਾਂ ਫਿਰ ਖੜਤਾਲ, ਜਾਂ ਫਿਰ ਵਾਜੇ, ਜਾਂ ਫਿਰ ਫੂਕ ਦੇ ਨਾਲ ਵੱਜਣ ਵਾਲੇ ਸਾਜ਼। ਇਸ ਤਰ੍ਹਾਂ ਪੰਜ ਕਿਸਮ ਦੇ ਸਾਜ਼ ਜਦੋਂ ਇਕੱਠੇ ਹੁੰਦੇ ਨੇ ਤਾਂ ਉਹਨਾਂ ਦਾ ਸੁਰ ਬਹੁਤ ਮਿੱਠਾ ਲੱਗਦਾ ਹੈ। ਪਰ ਧਾਰਮਿਕ ਦੁਨੀਆ ਵਿੱਚ ਪੰਜ ਸ਼ਬਦ ਹਨ। ਕਿਹੜੇ ਕਿਹੜੇ? ਦਇਆ, ਧਰਮ, ਸਹਿਨਸ਼ੀਲਤਾ, ਪਿਆਰ, ਖਿਮਾ। ਇਹ ਪੰਜ ਸ਼ਬਦ ਨੇ, ਪੰਜ ਗੁਣ। ਜਿਸ ਮਨੁੱਖ ਦੇ ਕੋਲ ਇਹ ਪੰਜ ਸ਼ਬਦ ਮੌਜੂਦ ਹਨ, ਪੰਜੇ ਸ਼ਬਦ ਕਹਿੰਦੇ ਨੇ, ਫਿਰ ਅਨਾਹਤ ਵਾਜੇ, ਅੰਦਰ ਫਿਰ ਉਹ ਅਨਹਦ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰ ਫਿਰ ਇੱਕ ਬਹੁਤ ਵੱਡੀ ਗੱਲ ਨਾਲ ਕੌਣ ਹੁੰਦਾ ਹੈ? ਸੰਗੇ ਸਾਰਿੰਗ ਪਾਨੀ। ਸਾਰਿੰਗ ਕਹਿੰਦੇ ਹਨ ਧਨੁਸ਼ ਨੂੰ, ਪਾਨੀ ਕਹਿੰਦੇ ਨੇ ਧਾਰਨ ਕਰਨ ਵਾਲਾ। ਭਾਵ ਸਾਰੇ ਜਗਤ ਨੂੰ ਬਣਾ ਕੇ ਫਿਰ ਨਾਸ਼ ਕਰਨ ਵਾਲਾ ਸਾਰਿੰਗ ਪਾਨੀ ਪਰਮਾਤਮਾ। ਉਹ ਵੀ ਤੇਰੇ ਨਾਲ ਹੈ। ਫਿਰ ਅੰਦਰ ਸੰਗੇ ਤੋਂ ਮੁਰਾਦ ਸੰਗ ਤੇਰੇ ਨਾਲ। ਪੰਚੇ ਸ਼ਬਦ ਅਨਾਹਦ ਬਾਜੈ, ਸੰਗੈ ਸਾਰਿੰਗ ਪਾਨੀ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਵਾਨ। ਐ ਨਿਰੰਕਾਰ, ਐ ਨਿਰਵਾਨ, ਕਾਲਖ ਤੋਂ ਰਹਿਤ ਮੈਂ ਇਹ ਆਰਤੀ ਕੀਤੀ ਹੈ। ਤਾਂ ਇਸ ਸ਼ਬਦ ਦੀ ਮੂਲ ਪੰਕਤੀ ਕੀ ਹੈ ਕਿ ਜੇ ਆਰਤੀ ਕਰਨੀ ਹੈ ਤਾਂ ਲੇਹੁ ਆਰਤੀ ਪੁਰਖ ਨਿਰੰਜਨ, ਸਤਿਗੁਰੂ ਪੂਜੋ ਭਾਈ। ਸਤਿਗੁਰੂ ਦੀ ਗੱਲ ਮੰਨੋ, ਸਤਿਗੁਰੂ ਦੀ ਗੱਲ ਸੁਣੋ। ਇਹ ਆਰਤੀ ਹੈ। ਗੁਰੂ ਸਾਹਿਬ ਰਹਿਮਤਾਂ ਕਰਨ, ਨਾਮਦਾਨ, ਸਿੱਖੀ ਸਦਕ, ਭਰੋਸਾ ਦਾਨ। ਬਾਕੀ ਵਿਚਾਰਾਂ ਕੱਲ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀਓ, ਜੇਤਾ